आए। वैल सन ही इनफॉर्म्ड फिलिप, उसने फिलिप ਨੂੰ ਇਨਫੋਰਮ ਕੀਤਾ, ਦੱਸਿਆ आई हैव बीन टॉकिंग टू चार्ली कि मैं चार्ली ਦੇ ਨਾਲ, चार्ली कौन है, द बेकर, कि मैं बेकर है चार्ली, मैं उसके ਨਾਲ ਗੱਲ ਕਰ ਰਿਹਾ ਸੀ। हिज शॉप इज़ अ फ्यू ब्लॉक्स अवे, कि उसकी जी शॉप है, उसकी दुकान जी है वो कुछ ही ब्लॉक्स से है, मतलब कुछ ही बिल्डिंग्स ਨੂੰ ਛੱਡ ਕੇ है। एंड ही विल बी ग्लैड टू टीच यू हाउ टू बेक ब्रैड्स एंड पाइज, ਤਾਂ ਉਹ ਬੜਾ ਖੁਸ਼ ਹੋਵੇਗਾ ਤੈਨੂੰ ਬੇਕਰੀ ਦਾ ਕੰਮ ਸਿਖਾ ਕੇ, ਤੈਨੂੰ ਇਹ ਦੱਸ ਕੇ ਕਿ ਕਿਵੇਂ ਬ੍ਰੈਡਸ ਬਣਦੇ ਨੇ, ਕਿਵੇਂ ਬ੍ਰੈਡਸ ਨੂੰ ਬੇਕ ਕਰਦੇ ਨੇ ਤੇ ਕਿਵੇਂ ਪਾਈਜ਼ ਬਣਦੇ ਨੇ। ਪਾਈਜ਼ ਹੁੰਦੇ ਆ ਬੇਟੇ ਜਿਵੇਂ ਮੱਠੀਆਂ ਹੁੰਦੀਆਂ ਨੇ, ਕਚੋਰੀਆਂ ਹੁੰਦੀਆਂ ਨੇ, ਹਨਾ। ਐਂਡ ਹੀ ਇਜ਼ ਐਕਸਪੈਕਟਿੰਗ ਯੂ ਟੂਨਾਈਟ ਐਟ 8:30, ਤਾਂ ਉਹ ਤੈਨੂੰ ਐਕਸਪੈਕਟ ਕਰ ਰਿਹਾ ਹੈ ਕਿ ਤੂੰ ਉਹਦੀ ਸ਼ੌਪ ਤੇ ਆਵੇਂ 8:30 ਵਜੇ, 8:30 PM, ਠੀਕ ਹੈ ਜੀ। ਗੁੱਡ ਸੈਡ ਫਿਲਿਪ, ਫਿਲਿਪ ਬੜਾ ਖੁਸ਼ ਹੁੰਦਾ ਆ, ਬਟ ਵਿਦ ਲਿਟਲ ਐਂਥੂਜ਼ੀਆਜ਼ਮ, ਪਰ ਉਹਦੀ ਆਵਾਜ਼ ਵਿੱਚ ਜੋਸ਼ ਥੋੜਾ ਘੱਟ ਸੀਗਾ। ਮਿਸਟਰ ਸੋਸਾ ਪੁੱਟ ਹਿਜ਼ ਹੈਂਡ ਔਨ ਫਿਲਿਪਸ ਸ਼ੋਲਡਰ, ਮਿਸਟਰ ਸੋਸਾ ਨੇ ਫਿਲਿਪ ਦੇ ਮੋਢੇ ਦੇ ਉੱਤੇ ਹੱਥ ਰੱਖਿਆ। ਐਂਡ ਕੰਟੀਨਿਊਡ ਮੋਰ ਸੀਰੀਅਸਲੀ, ਤੇ ਬੜੀ ਗੰਭੀਰਤਾ ਦੇ ਨਾਲ ਉਸਦੇ ਨਾਲ ਗੱਲ ਕੀਤੀ। ਫਿਲਿਪ, ਆਈ ਹੈਵ ਨੋਟਿਸਡ ਦੈਟ ਬੇਕਰਸ ਆਰ ਨੋਟ ਆਲਵੇਜ਼ ਵੈਲ ਐਜੂਕੇਟਡ। ਮਿਸਟਰ ਸੋਸਾ ਨੇ ਕਿਹਾ ਫਿਲਿਪ ਨੂੰ ਕਿ ਫਿਲਿਪ, ਮੈਂ ਇਹ ਨੋਟਿਸ ਕੀਤਾ ਹੈ ਕਿ ਬੇਕਰਸ ਜ਼ਿਆਦਾਤਰ ਵਧੀਆ ਪੜ੍ਹੇ ਲਿਖੇ ਵੈਲ ਐਜੂਕੇਟਡ ਇਨਸਾਨ ਨਹੀਂ ਹੁੰਦੇ। ਆਈ ਬਿਲੀਵ ਦੈਟ ਇਟ ਵੁੱਡ ਬੀ ਪ੍ਰੋਫਿਟੇਬਲ ਫॉर ਯੂ ਟੂ ਐਜੂਕੇਟ ਯੂਰਸੈਲਫ ਬਿਯੋਂਡ ਦ ਲੈਵਲ ਆਫ ਮੋਸਟ ਬੇਕਰਸ। ਉਹਨਾਂ ਨੇ ਕਿਹਾ ਕਿ ਪਰ ਮੇਰਾ ਇਹ ਵਿਸ਼ਵਾਸ ਹੈ ਕਿ ਇਹ ਤੇਰੇ ਲਈ ਪ੍ਰੋਫਿਟੇਬਲ ਹੋਊਗਾ, ਤੇਰੇ ਲਈ ਲਾਭਦਾਇਕ ਹੋਏਗਾ ਕਿ ਜੇ ਤੂੰ ਬਾਕੀ ਬੇਕਰਸ ਦੇ ਕੰਪੈਰੇਟਿਵਲੀ ਜਿਹੜੀ ਆਪਣੀ ਐਜੂਕੇਸ਼ਨ ਆ ਉਸਨੂੰ ਕੰਟੀਨਿਊ ਰੱਖੇ, ਵੈਲ ਐਜੂਕੇਟਡ ਇਨਸਾਨ ਜਿਹੜਾ ਉਹ ਬਣੇ। ਪਰਹੈਪਸ ਯੂ ਵਿਲ ਦੈਨ ਬੀ ਮੋਰ ਸਕਸੈਸਫੁਲ ਇਨ ਯੂਰ ਬਿਜ਼ਨਸ, ਤਾਂ ਫਿਰ ਸ਼ਾਇਦ ਤੂੰ ਆਪਣੇ ਇਸ ਬੇਕਰੀ ਦੇ ਬਿਜ਼ਨਸ ਦੇ ਵਿੱਚ ਕਾਫੀ ਜ਼ਿਆਦਾ ਸਕਸੈਸਫੁਲ ਹੋ ਸਕੇਗਾ। ਫॉर ਦਿਸ ਰੀਜ਼ਨ, ਇਸ ਕਾਰਨ ਕਰਕੇ, ਆਈ ਮਸਟ ਇਨਸਿਸਟ ਦੈਟ ਯੂ ਕੀਪ ਔਨ ਵਿਦ ਯੂਰ ਐਜੂਕੇਸ਼ਨ, ਇਸ ਕਰਕੇ ਮੈਂ ਤੈਨੂੰ ਇਨਸਿਸਟ ਕਰਦਾ ਹਾਂ ਕਿ ਤੂੰ ਆਪਣੀ ਐਜੂਕੇਸ਼ਨ ਜਿਹੜੀ ਆ ਉਹਨੂੰ ਵੀ ਆਪਣੇ ਕੰਮ ਦੇ ਨਾਲ ਨਾਲ ਕੰਟੀਨਿਊ ਰੱਖੇ। ਈਵਨ ਦੋ ਯੂ ਸਟਾਪ ਟੇਕਿੰਗ ਯੂਰ ਮਿਊਜ਼ਿਕ ਲੈਸਨਸ, ਨਾ ਭਾਵੇਂ ਕਿ ਤੂੰ ਆਪਣੀ ਮਿਊਜ਼ਿਕ ਲੈਸਨਸ ਜਿਹੜੇ ਆ ਉਹਨਾਂ ਨੂੰ ਲੈਣਾ ਬੰਦ ਕਰ ਦਿੱਤਾ ਹੈ, ਪਰ ਤੂੰ ਆਪਣੀ ਐਜੂਕੇਸ਼ਨ ਜਿਹੜੀ ਆ ਉਹਨੂੰ ਕੰਟੀਨਿਊ ਜ਼ਰੂਰ ਰੱਖ। ਵੈਨ ਯੂ ਹੈਵ ਫਿਨਿਸ਼ਡ ਸਕੂਲ ਯੂ ਕੈਨ ਬਿਕਮ ਅ ਫੁੱਲ ਟਾਈਮ ਬੇਕਰ, ਤੇ ਜਦੋਂ ਤੇਰੀ ਜਿਹੜੀ ਸਟੱਡੀ ਆ, ਜਿਹੜੀ ਤੇਰੀ ਐਜੂਕੇਸ਼ਨ ਬੇਟੇ ਉਹ ਕੰਪਲੀਟ ਹੋ ਜਾਏਗੀ, ਤਾਂ ਫਿਰ ਤੂੰ ਫੁੱਲ ਟਾਈਮ ਬੇਕਰ ਬਣ ਜਾਵੇਂ, ਤਾਂ ਫਿਰ ਤੂੰ ਪੂਰਾ ਸਮਾਂ ਬੇਕਰੀ ਦੇ ਕੰਮ ਨੂੰ ਦੇ ਸਕਦਾ ਹੈ। ਫਿਲਿਪ ਵਿਲਿੰਗਲੀ ਐਗਰੀਡ ਟੂ ਕੰਟੀਨਿਊ ਹਿਜ਼ ਐਜੂਕੇਸ਼ਨ, ਤਾਂ ਫਿਲਿਪ ਜਿਹੜਾ ਸੀਗਾ ਉਹ ਆਪਣੀ ਸਵੈ ਇੱਛਾ ਦੇ ਨਾਲ ਹੀ ਮੰਨ ਗਿਆ ਕਿ ਹਾਂ ਜੀ ਉਹ ਆਪਣੀ ਐਜੂਕੇਸ਼ਨ ਨੂੰ ਕੰਟੀਨਿਊ ਰੱਖੇਗਾ। ਐਟ 8:30 ਦੈਟ ਇਵਨਿੰਗ ਫਿਲਿਪ ਵੈਂਟ ਟੂ ਦ ਬੇਕਰੀ, ਤੇ ਉਸੇ ਹੀ ਦਿਨ 8:30 ਵਜੇ ਸ਼ਾਮ ਨੂੰ ਫਿਲਿਪ ਬੇਕਰੀ ਤੇ ਚਲਾ ਗਿਆ। ਦੇਅਰ ਹੀ ਵਾਚਡ ਦ ਬੇਕਰਸ ਐਟ ਵਰਕ ਮਿਕਸਿੰਗ ਬ੍ਰੈਡ ਐਂਡ ਮੇਕਿੰਗ ਪਾਈਜ਼, ਤਾਂ ਉੱਥੇ ਉਸਨੇ ਕੀ ਦੇਖਿਆ ਕਿ ਬੇਕਰਸ ਜਿਹੜੇ ਸੀਗੇ ਉਹ ਮਿਕਸ ਕਰ ਰਹੇ ਸੀਗੇ ਬ੍ਰੈਡਸ ਨੂੰ, ਤੇ ਪਾਈਜ਼ ਬਣਾ ਰਹੇ ਸੀ, ਕਚੋਰੀਆਂ ਬਣਾ ਰਹੇ ਸੀ, ਸਮੋਸੇ ਬਣਾ ਰਹੇ ਸੀ। ਐਵਰੀਥਿੰਗ ਹੀ ਸਾ ਵਾਜ਼ ਨਿਊ ਟੂ ਹਿਮ, ਇਹ ਸਭ ਕੁਝ ਫਿਲਿਪ ਦੇ ਲਈ ਬਹੁਤ ਨਵਾਂ ਸੀ। ਐਂਡ ਫॉर ਅ ਵਾਈਲ, ਕੁਝ ਸਮੇਂ ਲਈ ਇਟ ਸੀਮਡ ਵੈਰੀ ਇੰਟਰਸਟਿੰਗ, ਤਾਂ ਇਹ ਉਸਨੂੰ ਬਹੁਤ ਹੀ ਰੋਮਾਂਚਿਕ ਕੰਮ ਲੱਗਿਆ, ਬਹੁਤ ਇੰਟਰਸਟਿੰਗ ਲੱਗਿਆ। ਦ ਬੇਕਰਸ ਇੰਪ੍ਰੈਸਡ ਫਿਲਿਪ ਵਿਦ ਦੇਅਰ ਸਪੀਡ ਐਂਡ ਸਕਿੱਲ, ਬੇਕਰਸ ਦੇ ਕੰਮ ਕਰਨ ਦੀ ਸਪੀਡ ਅਤੇ ਸਕਿੱਲ, ਕਲਾ, ਨਿਪੁੰਨਤਾ ਤੇ ਤੇਜ਼ੀ, ਇਹ ਸਭ ਦੇਖ ਕੇ ਫਿਲਿਪ ਬੜਾ ਇੰਪ੍ਰੈਸ ਹੋਇਆ। ਐਂਡ ਹੀ ਵਾਜ਼ ਅਮੇਜ਼ਡ, ਉਹ ਹੈਰਾਨ ਹੋਇਆ ਐਟ ਦ ਅਮਾਊਂਟ ਆਫ ਬ੍ਰੈਡ ਦੈਟ ਵਾਜ਼ ਬੀਇੰਗ ਮੇਡ, ਕਿ ਕਿੰਨਾ ਵੱਡੇ ਅਮਾਊਂਟ ਦੇ ਵਿੱਚ ਉੱਥੇ ਜਿਹੜੀ ਬ੍ਰੈਡ ਸੀਗੀ ਬੇਟੇ ਉਹ ਬੇਕ ਹੋ ਰਹੀ ਸੀਗੀ। ਇਹ ਸਭ ਦੇਖ ਕੇ ਬਹੁਤ ਹੈਰਾਨ ਹੋਇਆ ਫਿਲਿਪ। ਲੇਟਰ ਹੀ ਗਰੂ ਟਾਇਰਡ ਐਂਡ ਸਲੈਪਡ ਵਾਈਲ ਦ ਬ੍ਰੈਡ ਵਾਜ਼ ਬੇਕਿੰਗ, ਤਾਂ ਜਦ ਹੁਣ ਬ੍ਰੈਡ ਬੇਕ ਹੋ ਰਹੀ ਸੀ ਤਾਂ ਇਸ ਟਾਈਮ ਦੇ ਵਿੱਚ ਉਹ ਬਹੁਤ ਥੱਕ ਗਿਆ ਅਤੇ ਉਹ ਸੋ ਗਿਆ। ਵੈਰੀ अर्ਲੀ ਦ ਨੈਕਸਟ ਮਾਰਨਿੰਗ, ਜਲਦੀ ਹੀ ਅਗਲੇ ਦਿਨ, ਫਿਲਿਪ ਹੈਲਪਡ ਲੋਡ ਦਾ ਬਿਗ ਬੇਕਰੀ ਵੇਗਨ, ਵੇਗਨ ਹੁੰਦਾ ਬੇਟੇ ਗੱਡੀ ਦਾ ਡੱਬਾ, ਤਾਂ ਜਲਦੀ ਹੀ ਅਗਲੇ ਸੁਬਾਹ ਫਿਲਿਪ ਨੇ ਹੈਲਪ ਕੀਤੀ ਕਾਹਦੇ ਵਿੱਚ, ਬੇਕਰੀ ਦੀ ਜਿਹੜੀ ਗੱਡੀ ਸੀਗੀ ਉਹਨੂੰ ਲੋਡ ਕਰਨ ਦੇ ਵਿੱਚ, ਉਹਦੇ ਵਿੱਚ ਜਿਹੜਾ ਬੇਕਰੀ ਦਾ ਜਿਹੜਾ ਪ੍ਰੋਡਕਟ ਸੀਗੇ ਉਹਨਾਂ ਨੂੰ ਲੋਡ ਕਰਨਾ ਸੀਗਾ। ਦੈਨ ਹੀ ਵੈਂਟ ਆਊਟ ਵਿਦ ਦ ਡਰਾਈਵਰ ਟੂ ਡਿਲੀਵਰ ਦ ਬ੍ਰੈਡ, ਉਸ ਤੋਂ ਬਾਅਦ ਉਹ ਡਰਾਈਵਰ ਦੇ ਨਾਲ ਉਹਨਾਂ ਬ੍ਰੈਡਸ ਨੂੰ ਡਿਲੀਵਰ ਕਰਨ ਦੇ ਲਈ ਵੀ ਨਾਲ ਗਿਆ। ਬਟ ਬਾਈ 8 o'clock he was through and went home to breakfast, ਤਾਂ ਫਿਰ ਅਗਲੇ ਦਿਨ ਸਵੇਰ 8 ਵਜੇ ਉਹ 8 ਵਜੇ ਤੱਕ ਉਹ ਰੁੱਝਿਆ ਰਿਹਾ
ਤਾਂ ਫਿਰ ਉਹ ਵਾਪਸ ਘਰ ਗਿਆ ਬ੍ਰੇਕਫਾਸਟ ਕਰਨ ਦੇ ਲਈ। ਫਿਲਿਪ ਕੈਪਟ ਹਿਸ ਐਗਰੀਮੈਂਟ ਵਿਦ ਹਿਸ ਫਾਦਰ, ਜਿਵੇਂ ਕਿ ਹੁਣ ਉਹਦੀ ਫਿਲਿਪ ਨੇ ਆਪਣੇ ਫਾਦਰ ਦੇ ਨਾਲ ਇੱਕ ਐਗਰੀਮੈਂਟ ਕੀਤਾ ਸੀਗਾ ਕਿ ਉਹ ਆਪਣੀ ਐਜੂਕੇਸ਼ਨ ਨੂੰ ਵੀ ਕੰਟੀਨਿਊ ਰੱਖੇਗਾ। ਉਸ ਦੇ ਤਹਿਤ ਹੀ ਵੈਂਟ ਟੂ ਸਕੂਲ ਦੈਟ ਮਾਰਨਿੰਗ, ਤੇ ਅਗਲੇ ਦਿਨ ਉਸੇ ਸਵੇਰ ਉਹ ਸਕੂਲ ਵੀ ਗਿਆ। ਆਫਟਰ ਸਕੂਲ ਹੀ ਡਿਡ ਨਾਟ ਫੀਲ ਲਾਈਕ ਪਲੇਇੰਗ ਬੇਸਬਾਲ, ਤੇ ਸਕੂਲੋਂ ਆ ਕੇ ਹੁਣ ਉਹਦਾ ਬੇਸਬਾਲ ਖੇਡਣ ਦੇ ਲਈ ਮਨ ਨਹੀਂ ਸੀ ਕਰ ਰਿਹਾ, ਬਿਕੋਜ਼ ਉਹ ਸਾਰੀ ਰਾਤ ਬੇਟੇ ਉਹ ਬੇਕਰੀ 'ਚ ਉਸਨੇ ਕੰਮ ਕੀਤਾ ਸੀਗਾ। ਅਗਲੇ ਦਿਨ ਸਵੇਰ ਉਹ ਸਕੂਲ ਵੀ ਗਿਆ, ਤੇ ਸ਼ਾਮ ਨੂੰ ਹੁਣ ਉਹਦਾ ਬੇਸਬਾਲ ਖੇਡਣ ਦਾ ਕੋਈ ਮਨ ਨਹੀਂ ਸੀਗਾ। ਟੂ ਟਾਇਰਡ ਟੂ ਡੂ ਐਨੀਥਿੰਗ ਐਲਸ, ਹੁਣ ਕੋਈ ਵੀ ਕੰਮ ਕਰਨ ਦੇ ਲਈ ਉਹ ਬਹੁਤ ਜ਼ਿਆਦਾ ਥੱਕਿਆ ਹੋਇਆ ਸੀਗਾ। ਹੀ ਵੈਂਟ ਹੋਮ, ਉਹ ਵਾਪਸ ਘਰ ਗਿਆ, ਐਂਡ ਸੈਟ ਅਰਾਊਂਡ ਅੰਟਿਲ ਆਫਟਰ ਸਪਰ, ਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਤੱਕ ਉਹ ਬੈਠਾ ਹੀ ਰਿਹਾ। ਦੈਨ ਇਟ ਵਾਸ ਟਾਈਮ ਟੂ ਰਿਟਰਨ ਟੂ ਦਾ ਬੇਕਰੀ, ਤਾਂ ਹੁਣ ਫਿਰ ਵਾਪਸ ਬੇਕਰੀ ਤੇ ਜਾਣ ਦਾ ਟਾਈਮ ਜਿਹੜਾ ਸੀਗਾ ਉਹ ਨਜ਼ਦੀਕ ਆ ਰਿਹਾ ਸੀਗਾ। ਵੇਅਰ ਹੀ ਸਪੈਂਟ ਅਨਦਰ ਇਵਨਿੰਗ ਵੈਰੀ ਮਚ ਲਾਈਕ ਦਾ ਫਰਸਟ, ਤਾਂ ਫਿਰ ਉਸਨੇ ਉਹ ਸ਼ਾਮ ਵੀ ਉਸ ਤਰ੍ਹਾਂ ਹੀ ਨਿਭਾਈ ਜਿਵੇਂ ਕਿ ਉਸਨੇ ਪਹਿਲੀ ਰਾਤ ਲੰਘਾਈ ਸੀਗੀ, ਸੇਮ ਵੇ। ਆਫਟਰ ਹੈਲਪਿੰਗ ਵਿਦ ਦ ਮਾਰਨਿੰਗ ਡਿਲੀਵਰੀ, ਫਿਰ ਉਸਨੇ ਰਾਤੀ ਬੇਕਰੀ ਦੇ ਕੰਮ ਵਿੱਚ ਹੈਲਪ ਕੀਤੀ ਹੋਏਗੀ, ਐਂਡ ਸਵੇਰ ਫਿਰ ਉਸਨੇ ਉਹ ਜਿਹੜਾ ਸੀਗਾ ਬੇਕਰੀ ਦੇ ਪ੍ਰੋਡਕਟ ਸੀਗੇ ਉਹਨਾਂ ਨੂੰ ਡਿਲੀਵਰ ਕਰਨਾ ਸੀਗਾ। ਹੀ ਵੈਂਟ ਟੂ ਸਕੂਲ ਅਗੇਨ, ਫਿਰ ਉਹ ਬੇਕਰੀ ਦੇ ਕੰਮ ਤੋਂ ਵਾਪਸ ਆਇਆ, ਫਿਰ ਸਕੂਲ ਗਿਆ, ਬਟ ਹੀ ਵਾਸ ਟੂ ਟਾਇਰਡ ਟੂ ਲਰਨ ਮਚ, ਪਰ ਹੁਣ ਉਹ ਇੰਨਾ ਥੱਕ ਗਿਆ ਸੀਗਾ ਕਿ ਸਕੂਲ ਜਾ ਕੇ ਉਹ ਕੁਝ ਵੀ ਲਰਨ ਨਹੀਂ ਸੀ ਕਰ ਪਾ ਰਿਹਾ। ਵੈਨ ਈਵਨਿੰਗ ਕੇਮ, ਤਾਂ ਫਿਰ ਜਦੋਂ ਨੈਕਸਟ ਈਵਨਿੰਗ ਸ਼ਾਮ ਆਈ, he dejectedly dragged himself off for his third night of work at the bakery, ਤਾਂ ਤੀਜੇ ਦਿਨ ਜਾਂ ਕਹਿ ਲਓ ਕਿ ਤੀਜੀ ਰਾਤ ਜੋ ਉਸਨੂੰ ਬੇਕਰੀ 'ਚ ਕੰਮ ਕਰਨਾ ਜਾਣਾ ਪੈਣਾ ਸੀਗਾ, ਉਸਨੇ ਬੜੀ ਹੀ ਮੁਸ਼ਕਿਲ ਦੇ ਨਾਲ ਆਪਣੇ ਆਪ ਨੂੰ ਧੂ ਕੇ ਬੜੀ ਉਦਾਸੀ ਨਾਲ ਬੜੇ ਖਿਜੇ ਹੋਏ ਮਨ ਦੇ ਨਾਲ ਉਹ ਬੇਕਰੀ ਦੇ ਉੱਤੇ ਗਿਆ। ਵਾਚਿੰਗ ਦਾ ਬੇਕਰਸ ਨੋ ਲੋਂਗਰ ਸੀਮਡ ਇੰਟਰਸਟਿੰਗ, ਤਾਂ ਹੁਣ ਉਹ ਸਾਰੇ ਬੇਕਰਸ ਦਾ ਕੰਮ ਜੋ ਪਹਿਲੇ ਦਿਨ ਉਹਨੂੰ ਬੜਾ ਇੰਟਰਸਟਿੰਗ ਲੱਗਿਆ ਸੀ, ਹੁਣ ਉਹਨੂੰ ਇੰਟਰਸਟਿੰਗ ਨਹੀਂ ਸੀ ਲੱਗ ਰਿਹਾ। ਅਬਾਊਟ ਮਿਡਨਾਈਟ ਦ ਬੇਕਰਸ ਬੇਬੀ ਸਟਾਰਟਡ ਟੂ ਕਰਾਈ, ਤਾਂ ਕੀ ਹੋਇਆ ਕਿ ਥਰਡ ਨਾਈਟ ਜਦੋਂ ਗਿਆ ਆ ਬੇਕਰੀ ਦੇ ਉੱਤੇ, ਤਾਂ ਜਿਹੜਾ ਬੇਕਰ ਸੀਗਾ ਚਾਰਲੇ, ਮਿਸਟਰ ਚਾਰਲੇ, ਉਸ ਦਾ ਇੱਕ ਛੋਟਾ ਬੇਬੀ ਸੀਗਾ ਜੋ ਕਰਾਈ ਕਰ ਰਿਹਾ ਸੀ, ਰੋ ਰਿਹਾ ਸੀ ਉੱਚੀ ਉੱਚੀ। ਦ ਬੇਕਰਸ ਵਾਈਫ ਸੈਡ ਟੂ ਫਿਲਿਪ, ਬੇਕਰ ਦੀ ਵਾਈਫ ਨੇ ਫਿਲਿਪ ਨੂੰ ਕਿਹਾ, ਗੋ ਅਪਸਟੇਅਰਸ ਐਂਡ ਰੋਕ ਦ ਕ੍ਰੇਡਲ, ਕਿ ਉੱਪਰ ਪੌੜੀਆਂ ਤੇ ਜਾ, ਤੇ ਕ੍ਰੇਡਲ ਹੁੰਦਾ ਬੇਟੇ ਪੰਗੂੜਾ, ਤੇ ਰੋਕ ਕਰਨਾ ਮਤਲਬ ਉਸ ਨੂੰ ਮੂਵ ਕਰਨਾ, ਤੇ ਉੱਪਰ ਜਿਹੜਾ ਛੋਟਾ ਬੱਚਾ ਆ ਉਹ ਪੰਗੂੜੇ ਦੇ ਵਿੱਚ ਪਿਆ ਆ, ਤਾਂ ਉਹ ਪੰਗੂੜੇ ਨੂੰ ਤੂੰ ਹਿਲਾਈ ਜਾ, ਠੀਕ ਹੈ। ਓਨਲੀ ਹਾਫ ਅਵੇਕ ਪੂਅਰ ਫਿਲਿਪ ਡਿਡ ਐਜ਼ ਸ਼ੀ ਰਿਕੁਐਸਟਡ, ਓਨਲੀ ਹਾਫ ਅਵੇਕ ਮਤਲਬ ਕਿ ਉਹ ਅੱਧਾ ਸੁੱਤਿਆ ਆ, ਅੱਧਾ ਜਾਗ ਰਿਹਾ ਆ ਫਿਲਿਪ, ਜਿਵੇਂ ਆਪਾਂ ਪੜਿਆ ਕਿ ਉਹ ਬਹੁਤ ਜ਼ਿਆਦਾ ਥੱਕਿਆ ਹੋਇਆ ਆ, ਉਹ ਬੜਾ ਵਧੋ ਬਦੀ ਇਰੀਟੇਟ ਆ ਪੂਰਾ, ਤੇ ਫਿਰ ਵੀ ਉਹ ਜਾ ਰਿਹਾ ਬੇਕਰੀ ਦੇ ਉੱਤੇ। ਸੋ ਹਾਫ ਅਵੇਕ ਪੂਅਰ ਫਿਲਿਪ, ਵਿਚਾਰਾ ਫਿਲਿਪ, ਉਸਨੇ ਉਸ ਤਰ੍ਹਾਂ ਹੀ ਕੀਤਾ ਜਿਵੇਂ ਕਿ ਉਸਨੂੰ ਚਾਰਲੇ ਦੀ ਵਾਈਫ ਨੇ ਰਿਕੁਐਸਟ ਕੀਤੀ ਸੀਗੀ। The cradle swam before Philip's sleepy eyes as he began to rock it, ਤਾਂ ਜਿਵੇਂ ਹੀ ਉਹ ਕ੍ਰੇਡਲ ਨੂੰ ਰੋਕ ਕਰ ਰਿਹਾ ਸੀ, ਪੰਗੂੜੇ ਨੂੰ ਹਿਲਾ ਰਿਹਾ ਸੀ, ਤਾਂ ਉਹਦੀਆਂ ਜਿਹੜੀਆਂ ਫਿਲਿਪ ਦੀਆਂ ਸਲੀਪੀ ਆਈਜ਼ ਸੀਗੀਆਂ, ਅੱਧੀਆਂ ਸੁੱਤੀਆਂ ਅੱਖਾਂ ਜਿਹੜੀਆਂ ਸੀਗੀਆਂ, ਉਹਦੇ ਸਾਹਮਣੇ ਪੰਗੂੜਾ ਜਿਹੜਾ ਸੀਗਾ ਉਹ ਹਿਲ ਰਿਹਾ ਸੀ। ਇਨ ਅ ਟਵਿੰਕਲਿੰਗ, ਅੱਖ ਚਮਕਦੇ ਟਾਈਮ ਦੇ ਵਿੱਚ, ਹੀ ਹੈਡ ਫਾਲਨ ਅਸਲੀਪ, ਉਸਨੂੰ ਨੀਂਦ ਆ ਗਈ। ਇਗਨੋਰਿੰਗ ਦਾ ਬੇਬੀਜ਼ ਲਾਊਡ ਯੈਲਸ, ਤਾਂ ਉਸਨੇ ਉਸ ਛੋਟੇ ਬੇਬੀ ਦੀਆਂ ਯੈਲਸ, ਕ੍ਰਾਈਜ਼, ਉਸਦੀਆਂ ਚੀਕਾਂ, ਉਸਦਾ ਰੋਣਾ ਜਿਹੜਾ ਸੀਗਾ ਉਸਨੂੰ ਇਗਨੋਰ ਕਰ ਦਿੱਤਾ। ਵੈਨ ਦਾ ਬੇਬੀ ਕੰਟੀਨਿਊ ਟੂ ਕਰਾਈ, ਤੇ ਜਦੋਂ ਬੇਬੀ ਲਗਾਤਾਰ ਰੋਈ ਜਾ ਰਿਹਾ ਸੀ, ਇਟਸ ਮਦਰ ਰੈਨ ਅਪਸਟੇਅਰਸ ਟੂ ਸੀ ਵਾਟ ਵਾਸ ਰੋਂਗ, ਤਾਂ ਚਾਰਲੇ ਦੀ ਵਾਈਫ ਯਾਨੀ ਕਿ ਛੋਟੇ ਬੱਚੇ ਦੀ ਮਦਰ ਅਪਸਟੇਅਰਸ ਪੌੜੀਆਂ ਦੇ ਚੜ੍ਹ ਕੇ ਉੱਪਰ ਗਈ ਤਾਂ ਕਿ ਉਹ ਵੇਖੇ ਕਿ ਕੀ ਗਲਤ ਹੋ ਰਿਹਾ ਹੈ, ਕਿ ਬੱਚਾ ਕਿਉਂ ਰੋ ਰਿਹਾ ਹੈ। ਸ਼ੀ ਅਰਾਊਜ਼ਡ ਫਿਲਿਪ, ਉਸਨੇ ਫਿਲਿਪ ਨੂੰ ਉਠਾਇਆ, ਐਂਡ ਸਕੋਲਡਡ ਹਿਮ, ਤੇ ਉਸਨੂੰ ਝਿੜਕਿਆ। when Philip got home after delivering bread on the third morning, ਤਾਂ ਤੀਜੀ ਸਵੇਰ ਜਦੋਂ ਬ੍ਰੈਡਸ ਦੀ ਡਿਲੀਵਰੀ ਕਰਨ ਤੋਂ ਬਾਅਦ ਉਹ ਵਾਪਸ ਘਰ ਪਹੁੰਚਿਆ, he was utterly exhausted, utterly ਮਤਲਬ ਬਹੁਤ ਬੁਰੀ ਤਰ੍ਹਾਂ, exhausted ਮਤਲਬ tired, ਬਹੁਤ ਬੁਰੀ ਤਰ੍ਹਾਂ ਥੱਕ ਚੁੱਕਿਆ ਸੀਗਾ। his father said, ਉਸਦੇ ਪਿਤਾ ਨੇ ਉਸਨੂੰ ਕਿਹਾ, how do you feel this morning, ਇਸ ਸਵੇਰ ਤੂੰ ਹੁਣ ਕਿਵੇਂ ਦਾ ਫੀਲ ਕਰ ਰਿਹਾ ਹੈ। but Philip fell sound asleep ਬਿਫੋਰ ਹੀ ਕੁਡ ਆਨਸਰ, ਇਸ ਤੋਂ ਪਹਿਲਾਂ ਕਿ ਉਹ ਆਪਣੇ ਪਿਤਾ ਨੂੰ ਇਸ ਗੱਲ ਦਾ ਕੋਈ ਜਵਾਬ ਦਿੰਦਾ, ਉਸਨੂੰ ਉੱਥੇ ਹੀ ਨੀਂਦ ਆ ਗਈ। ਇਨ ਅ ਲੋ ਵਾਇਸ ਮਿਸਟਰ ਸੋਸਾ ਮਰਮਰਡ ਇਨਸਟਰਕਸ਼ਨਸ ਟੂ ਮਿਸਿਸ ਸੋਸਾ, ਗਿਵ ਦ ਲੈਡ ਸਮ ਬ੍ਰੇਕਫਾਸਟ ਐਂਡ ਪੁੱਟ ਹਿਮ ਟੂ ਦ ਬੈਡ, ਤਾਂ ਮਿਸਟਰ ਸੋਸਾ ਨੇ ਬੜੀ ਧੀਮੀ ਆਵਾਜ਼ ਦੇ ਵਿੱਚ ਆਪਣੀ ਵਾਈਫ ਮਿਸਿਸ ਸੋਸਾ ਨੂੰ ਬੁਲਾਇਆ, ਉਸਨੂੰ ਹੌਲੀ ਹੌਲੀ ਕਿਹਾ that give the lad some breakfast, ਕਿ ਬੱਚੇ ਨੂੰ ਕੁਝ ਬ੍ਰੇਕਫਾਸਟ ਕਰਵਾਓ, and put him to the bed, ਤੇ ਇਸ ਨੂੰ ਮੰਜੇ ਦੇ ਉੱਤੇ ਸੁਲਾ ਦਿਓ। let him sleep all day, ਤੇ ਇਸ ਨੂੰ ਅੱਜ ਸਾਰਾ ਦਿਨ ਸੁੱਤਾ ਰਹਿਣ ਦਿਓ।
That evening he said to his son, उस शाम उसने अपने बेटे ਨੂੰ ਕਿਹਾ, of course you still want to be a baker, don't you Philip? उसने ਕਿਹਾ कि हाँ फिलिप ਹੁਣ ਵੀ ਤੂੰ ਬੇਕਰ ਹੀ बनना ਚਾਹੁੰਦਾ ਹੋਵੇਗਾ, नहीं बनना ਚਾਹੁੰਦਾ? No, groaned the weary boy। ਤਾਂ ਹੁਣ ਫਿਲਿਪ ਦਾ ਜਵਾਬ ਕੀ ਸੀਗਾ? No, नहीं। वेरी मतलब टायर्ड, थके हुए उस लड़के ने ग्रोन किया, कराए, चीकिया कि नहीं, आई वुड रादर डाई दैन बी अ बेकर। उसने कहा कि बेकर बनन नालों तो मैनू हुण मरना पसंद है। दैन कंक्लूडेड हिज फादर जेंटली। तो उसके पिता ने बड़े जेंटली, बड़े निम्रता भरे सुभाव के नाल उसने कहा, आई थिंक दैट द ओनली प्रैक्टिकल कोर्स ऑफ एक्शन इज टू मेक अप विद एस्प्यूटा एंड स्टार्ट योर म्यूजिक लैसनस अगेन। उसने कहा कि मैं सोचता हाँ दैट ओनली प्रैक्टिकल कोर्स ऑफ एक्शन मतलब विवहारिक काम जड़ा वा हुण तैनूं ਉਹ ਦੁਬਾਰਾ ਮਿਸਟਰ ਸਪੂਟਾ ਦੇ ਨਾਲ ਕਰ ਲੈਣਾ ਚਾਹੀਦਾ ਹੈ ਤੇ ਤੈਨੂੰ ਦੁਬਾਰਾ ਤੋਂ ਮਿਸਟਰ ਸਪੂਟਾ ਦੇ ਨਾਲ ਸਮਝੌਤਾ ਕਰਕੇ ਆਪਣੇ ਮਿਊਜ਼ਿਕ ਲੈਸਨਸ ਜਿਹੜੇ ਨੇ ਉਹ ਸ਼ੁਰੂ ਕਰ ਦੇਣੇ ਚਾਹੀਦੇ ਹਨ। ਅਗੇਨ that Philip and his music teacher became the best of friends। ਤਾਂ ਦੁਬਾਰਾ ਤੋਂ ਫਿਲਿਪ ਅਤੇ ਉਸ ਦਾ ਮਿਊਜ਼ਿਕ ਟੀਚਰ ਯਾਨੀ ਕਿ ਮਿਸਟਰ ਸਪਿਊਟਾ ਦੋਨੋਂ ਹੁਣ ਦੁਬਾਰਾ ਬੈਸਟ ਫਰੈਂਡਸ ਬਣ ਗਏ। The youngsters studied hard and because he possessed remarkable ability he had gained a reputation as a fine violin player by the time he was 13 years old। ਤਾਂ ਜਦੋਂ ਹੁਣ ਇਹ ਜਿਹੜਾ ਫਿਲਿਪ ਹੈ ਬੇਟੇ ਇਹ 13 ਕੁ ਸਾਲ ਦਾ ਹੀ ਹੈ ਤਾਂ ਉਹ ਦ ਯੰਗਸਟਰ ਸਟੱਡੀਡ ਹਾਰਡ ਤਾਂ ਉਸਨੇ ਸਖਤ ਮਿਹਨਤ ਕੀਤੀ ਬਿਕੋਜ਼ ਹੀ ਪੋਜੈਸ ਰਿਮਾਰਕੇਬਲ ਐਬਿਲਿਟੀ ਕਿਉਂਕਿ ਉਸਦੇ ਕੋਲ ਇੱਕ ਰਿਮਾਰਕੇਬਲ ਇੱਕ ਅਲੱਗ ਹੀ ਤਰ੍ਹਾਂ ਦੀ ਐਬਿਲਿਟੀ ਹੈ, ਕੈਪੇਬਿਲਿਟੀ ਹੈ, ਸਮਰੱਥਾ ਹੈ। ਐਂਡ ਹੀ ਹੈਡ ਗੇਨਡ ਅ ਰੈਪੂਟੇਸ਼ਨ ਐਜ਼ ਅ ਫਾਈਨ ਵਾਇਲਨ ਪਲੇਅਰ। ਤਾਂ ਐਜ਼ ਅ ਵਾਇਲਨ ਪਲੇਅਰ ਉਹਦਾ ਇੱਕ ਬਹੁਤ ਵਧੀਆ ਰੈਪੂਟੇਸ਼ਨ ਬਣ ਗਿਆ, ਫਿਲਿਪ ਦਾ ਇੱਕ ਨਾਮ ਹੋ ਗਿਆ ਐਜ਼ ਅ ਵਾਇਲਨ ਪਲੇਅਰ। ਵਨ ਡੇ ਵਾਈਲ ਫਿਲਿਪ ਵਾਜ਼ ਬਿਜ਼ੀ ਪ੍ਰੈਕਟਿਸਿੰਗ ਤਾਂ ਇੱਕ ਦਿਨ ਜਦੋਂ ਫਿਲਿਪ ਬਹੁਤ ਬਿਜ਼ੀ ਸੀਗਾ ਉਹ ਵਾਇਲਨ ਦੀ ਪ੍ਰੈਕਟਿਸ ਕਰ ਰਿਹਾ ਸੀ, ਅ ਮੈਨ ਕੇਮ ਟੂ ਦ ਡੋਰ ਇੱਕ ਆਦਮੀ ਉਸਦੇ ਦਰਵਾਜ਼ੇ ਤੇ ਆਇਆ। ਹੀ ਸੈਡ उसने कहा आई हैव बीन लिसनिंग फॉर 5 मिनट्स कि मैं पिछले 5 मिनट तो तेरा म्यूजिक सुन रहा हाँ, तेरा वायलन प्ले जड़ा वा तू कर रहा वो सुन रहा हाँ। यू प्ले द वायलन वेरी नाइसली कि तू बहुत सोहनी वायलन प्ले करता है। वुडंट यू कम इन आस्क्ड फिलिप। फिलिप ने कहा कि तुसी अंदर नहीं आओगे? थैंक यू आई विल, धन्यवाद मैं जरूर आवांगा सैड द मैन। ही स्टैप इनसाइड वो अंदर आया एंड कंटिन्यूड कि उसने अपनी गल कंटिन्यू की। हैव यू एवर थॉट अबाउट ज्वाइनिंग अ सर्कस कि तू कभी सर्कस नू ज्वाइन करने के बारे सोचा है? वाई नो सर सैड फिलिप इन सरप्राइज। फिलिप ने हैरान होकर क्या, क्यों नहीं सर मैं नहीं सोचा। आई एम द लीडर ऑफ द बैंड इन द सर्कस दैट इज शोइंग नियर पेनिसिल्वेनिया एवेन्यू। उन्होंने कहा कि पेनिसिल्वेनिया एवेन्यू ਦੇ ਵਿੱਚ ਜਿਹੜੀ ਸਰਕਸ ਜਿਹੜੀ ਉਹਦਾ ਸ਼ੋਅ ਚੱਲ ਰਿਹਾ ਹੈ ਮੈਂ ਉਸ ਸਰਕਸ ਬੈਂਡ ਦਾ ਲੀਡਰ ਹਾਂ। ਇਫ ਯੂ ਸ਼ੁਡ ਕੇਅਰ ਟੂ ਜੁਆਇਨ ਅਸ ਆਈ ਵੁੱਡ ਬੀ ਮੋਸਟ ਹੈਪੀ ਟੂ ਇੰਪਲੋਏ ਯੂ। ਤੇ ਜੇਕਰ ਤੂੰ ਉਸ ਸਰਕਸ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੈ, ਉਸ ਸਰਕਸ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਤੇ ਮੈਂ ਬਹੁਤ ਖੁਸ਼ ਹੋਵਾਂਗਾ ਤੈਨੂੰ ਆਪਣੀ ਸਰਕਸ ਦੇ ਵਿੱਚ ਕੰਮ ਦੇ ਕੇ। ਵਿਜ਼ਨਸ ਆਫ ਅ ਵੰਡਰਫੁਲ ਲਾਈਫ ਇਨ ਦ ਸਰਕਸ ਫਲੈਸ਼ਡ ਥਰੂ ਫਿਲਿਪਸ ਮਾਈਂਡ। ਤਾਂ ਅਚਾਨਕ ਫਿਲਿਪ ਦੇ ਮਾਈਂਡ ਦੇ ਵਿੱਚ ਉਸਦੇ ਦਿਮਾਗ ਦੇ ਵਿੱਚ ਸਰਕਸ ਦੇ ਵਿੱਚ ਕੰਮ ਕਰਨ ਦੀ ਜਿਹੜੀਆਂ ਫਲੈਸ਼ਿਸ ਆ ਉਹ ਗੋ ਥਰੂ ਹੋਣੀਆਂ ਸ਼ੁਰੂ ਹੋ ਗਈਆਂ। ਆਈ ਵੁੱਡ ਲਾਈਕ ਟੂ ਡੂ ਇਟ ਮੈਂ ਇਹ ਕੰਮ ਕਰਨਾ ਪਸੰਦ ਕਰਾਂਗਾ। ਹੀ ਸੈਡ ਵਿਸਟਫੁਲੀ ਉਸਨੇ ਬੜਾ ਸੋਚ ਵਿਚਾਰ ਕੇ ਇਹ ਗੱਲ ਉਸਨੂੰ ਕਹੀ। ਬਟ ਆਈ ਡੋਂਟ ਥਿੰਕ ਮਾਈ ਫਾਦਰ ਵੁੱਡ ਲੈਟ ਮੀ ਗੋ ਪਰ ਮੈਨੂੰ ਲੱਗਦਾ ਕਿ ਮੇਰੇ ਪਿਤਾ ਜੀ ਇਸ ਕੰਮ ਦੇ ਲਈ ਨਹੀਂ ਮੰਨਣਗੇ। ਡੋਂਟ ਟੈਲ ਹਿਮ ਸੈਡ ਦ ਮੈਨ। ਉਸ ਆਦਮੀ ਨੇ ਕਿਹਾ ਕਿ अपने पिता नूं नहीं ना दसो। द सर्कस मैन सुजैशन शॉक्ड फिलिप। ये सुन के फिलिप शॉक्ड हो गया, हैरान होया कि की कह रहा है। ओ आई कुडंट जस्ट गो ऑफ विदाउट आस्किंग हिम। उन्हें कहा कि नहीं मैं अपने पिता नूं दसे बगैर नहीं जा सकता। फिलिप आंसर बट ऑफन फादर्स डोंट अंडरस्टैंड वट अ वेरी फाइन फ्यूचर देयर इज फॉर अ बॉय हू इज ट्रैवलिंग विद अ सर्कस द मैन आर्ग्यूड। तो उस सर्कस बैंड का जो लीडर सीगा उसने आर्ग्यू करना शुरू कर दिता। उसने कहा कि ज़्यादातर जोड़े फादर्स ने जोड़े बच्चों के पिता होंगे ने वो ये गल नहीं समझते कि सर्कस के उन्होंने बॉयज़ का जोड़ा फ्यूचर आ कितना फाइन आ। ठीक है, आई विल टेल यू वट टू डू। वो कहता कि मैं तेन दसदा हाँ की करना है।
tomorrow night you bring your fiddle and go along with us when we leave। ਉਹਨੇ ਕਿਹਾ ਕਿ ਕੱਲ ਜਦੋਂ ਅਸੀਂ ਇਹ ਸ਼ਹਿਰ ਛੱਡ ਕੇ ਜਾਵਾਂਗੇ ਤਾਂ ਤੂੰ ਆਪਣੀ ਵਾਇਲਨ, ਆਪਣੀ ਫਿਡਲ ਮਤਲਬ ਆਪਣੀ ਵਾਇਲਨ ਲੈ ਕੇ ਸਾਡੇ ਨਾਲ ਆ ਜਾਵੀਂ। ਆਫਟਰ ਵੀ ਹੈਵ ਬੀਨ ਅਵੇ ਫॉर ਡੇ ਔਰ ਟੂ, ਤੇ ਜਦੋਂ ਅਸੀਂ ਇੱਕ ਦਿਨ ਜਾਂ 2 ਦਿਨ ਤੱਕ ਇੱਥੋਂ ਦੂਰ ਰਵਾਂਗੇ, ਯੂ ਕੈਨ ਰਾਈਟ ਯੂਰ ਫਾਦਰ, ਤੂੰ ਆਪਣੇ ਫਾਦਰ ਨੂੰ ਚਿੱਠੀ ਲਿਖ ਦੇਵੀਂ। ਐਂਡ ਟੈਲ ਹਿਮ, ਉਸਨੂੰ ਦੱਸ ਦੇਵੀਂ, ਵਾਟ ਅ ਵੰਡਰਫੁਲ ਟਾਈਮ ਯੂ ਆਰ ਹੈਵਿੰਗ, ਕਿ ਤੂੰ ਕਿੰਨਾ ਸੋਹਣਾ ਸਮਾਂ ਬਤੀਤ ਕਰ ਰਿਹਾ ਹੈ ਸਰਕਸ ਦੇ ਵਿੱਚ। ਪਰਹੈਪਸ ਹੀ ਵੁੱਡ ਨੋਟ ਇੰਟਰਫੇਅਰ ਦੈਨ, ਤਾਂ ਫਿਰ ਸ਼ਾਇਦ ਤੇਰੇ ਫਾਦਰ ਤੇਰੀ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰਨਗੇ। ਅਦਰਵਾਈਜ਼ ਇਫ ਯੂ ਟੈਲ ਹਿਮ ਨਾਓ, ਪਰ ਜੇਕਰ ਤੂੰ ਉਹਨਾਂ ਨੂੰ ਹੁਣੇ ਹੀ ਦੱਸੇਗਾ, ਹੀ ਮਾਈਟ ਫੋਰਬਿਡ ਯੂ ਟੂ ਗੋ, ਤਾਂ ਫਿਰ ਉਹ ਤੈਨੂੰ ਸਾਡੇ ਨਾਲ ਜਾਣ ਤੋਂ ਮਨਾ ਕਰ ਦੇਣਗੇ, ਫੋਰਬਿਡ ਕਰਨਗੇ। ਫਿਲਿਪ ਫਾਈਨਲੀ ਐਗਰੀਡ ਟੂ ਰਿਪੋਰਟ ਦਾ ਫੋਲੋਇੰਗ ਨਾਈਟ, ਤਾਂ ਫਿਲਿਪ ਨੇ ਆਖਿਰਕਾਰ ਐਗਰੀ ਕਰ ਦਿੱਤਾ, ਉਸਨੂੰ ਕਹਿ ਦਿੱਤਾ ਕਿ ਹਾਂਜੀ ਜੀ ਮੈਂ ਕੱਲ ਰਾਤ ਨੂੰ ਤੁਹਾਡੇ ਕੋਲ ਰਿਪੋਰਟ ਕਰ ਦੇਵਾਂਗਾ, ਤੁਹਾਡੇ ਕੋਲ ਪਹੁੰਚ ਜਾਵਾਂਗਾ। The more he thought about his decision and about the glory in store for him, the more elated he feel। ਤਾਂ ਹੁਣ ਉਹ ਜਿਹੜਾ ਫਿਲਿਪ ਹੈ ਬੇਟੇ, ਉਹ ਸਰਕਸ ਦੇ ਲੀਡਰ ਨੂੰ ਹਾਂ ਤੇ ਕਰ ਚੁੱਕਾ ਹੈ। ਤਾਂ ਹੁਣ ਜਦੋਂ ਉਹ ਆਪਣੇ ਇਸ ਡਿਸੀਜ਼ਨ ਬਾਰੇ ਜਦੋਂ ਸੋਚਦਾ ਹੈ, ਤਾਂ ਜਦੋਂ ਉਹ ਸੋਚਦਾ ਹੈ ਕਿ ਸਰਕਸ ਦੇ ਵਿੱਚ ਕੰਮ ਕਰਨ ਦੇ ਨਾਲ ਉਸਨੂੰ ਕਿੰਨੀ ਪ੍ਰਸ਼ੰਸਾ ਮਿਲੇਗੀ, ਕਿੰਨੀ ਸ਼ਾਨਦਾਰ ਜ਼ਿੰਦਗੀ ਉਹਦੀ ਹੋਏਗੀ, ਤਾਂ ਓਨਾ ਹੀ ਉਹ ਹੋਰ ਉਤੇਜਿਤ ਹੋ ਰਿਹਾ ਹੈ, ਇਲੇਟਡ ਫੀਲ ਕਰ ਰਿਹਾ ਹੈ। ਐਟ ਲਾਸਟ ਹੀ ਕੁਡ ਕੀਪ ਕੁਆਇਟ ਨੋ ਲੋਂਗਰ, ਤੇ ਆਖਿਰਕਾਰ ਉਹ ਬਹੁਤਾ ਚਿਰ ਚੁੱਪ ਨਹੀਂ ਸੀ ਰਹਿ ਸਕਦਾ। ਹੀ ਵੈਂਟ ਨੈਕਸਟ ਡੋਰ ਟੂ ਸੀ ਹਿਜ਼ ਬੈਸਟ ਫਰੈਂਡ, ਤਾਂ ਜਲਦੀ ਹੀ ਉਹ ਉਸਦੇ ਘਰ ਦੇ ਨਜ਼ਦੀਕ ਜੋ ਉਹਨਾਂ ਦੇ ਨੇਬਰ ਸਨ, ਉਹ ਆਪਣੇ ਦੋਸਤ ਨੂੰ ਮਿਲਣ ਚਲਾ ਗਿਆ। ਟਿੰਗਲਿੰਗ ਵਿਦ ਐਕਸਾਈਟਮੈਂਟ, ਹੁਣ ਉਹ ਟਿੰਗਲਿੰਗ ਮਤਲਬ ਫੀਲਿੰਗ ਇਮੋਸ਼ਨਲ ਸਟਰੋਂਗਲੀ, ਉਹ ਬੜਾ ਇਮੋਸ਼ਨਲ ਫੀਲ ਕਰ ਰਿਹਾ ਸੀ, ਉਹ ਬੜਾ ਐਕਸਾਈਟਡ ਸੀਗਾ। ਫਿਲਿਪ ਟੋਲਡ ਹਿਜ਼ ਸੀਕਰਟ, ਤੇ ਇਸ ਐਕਸਾਈਟਮੈਂਟ ਦੇ ਵਿੱਚ ਉਸਨੇ ਇਹ ਆਪਣਾ ਜਿਹੜਾ ਸੀਕਰਟ ਸੀਗਾ ਉਹ ਆਪਣੇ ਦੋਸਤ ਨੂੰ ਦੱਸ ਦਿੱਤਾ। ਆਈ ਐਮ ਗੋਇੰਗ ਟੂ ਜੁਆਇਨ ਅ ਸਰਕਸ ਟੁਮਾਰੋ ਨਾਈਟ ਐਟ, ਉਹਦੇ ਦੋਸਤ ਦਾ ਨਾਮ ਕੀ ਹੈ ਬੇਟੇ, ਐਡ, ਈਡੀ ਐਡ। ਉਸਨੇ ਕਿਹਾ ਕਿ ਐਡ, ਮੈਂ ਕੱਲ ਨੂੰ ਸਰਕਸ, ਕੱਲ ਰਾਤ ਨੂੰ ਸਰਕਸ ਜਿਹੜੀ ਆ ਉਹ ਜੁਆਇਨ ਕਰਨ ਜਾ ਰਿਹਾ ਹਾਂ। ਆਈ ਵਿਲ ਮੇਕ ਅ ਲੋਟ ਆਫ ਮਨੀ ਐਂਡ ਬਿਕਮ ਦ ਲੀਡਰ ਆਫ ਦ ਸਰਕਸ ਬੈਂਡ, ਤਾਂ ਮੈਂ ਸਰਕਸ ਦੇ ਵਿੱਚ ਕੰਮ ਕਰਕੇ ਬਹੁਤ ਸਾਰਾ ਪੈਸਾ ਕਮਾਵਾਂਗਾ ਤੇ ਮੈਂ ਜਲਦੀ ਹੀ ਸਰਕਸ ਬੈਂਡ ਦਾ ਲੀਡਰ ਬਣ ਜਾਵਾਂਗਾ। ਦੈਨ ਹੀ ਕੌਸ਼ਨਡ ਐਡ ਨੋ ਟੂ ਟੈਲ, ਤਾਂ ਉਸਨੇ ਉਸਨੂੰ ਨਾਲ ਹੀ ਕੌਸ਼ਨ ਕੀਤਾ, ਵਾਰਨ ਕੀਤਾ ਕਿ ਹੋਰ ਨਹੀਂ ਕਿਸੇ ਨੂੰ ਦੱਸਣਾ ਤੂੰ ਇਹ ਗੱਲ। ਐਡਸ ਆਈਬ੍ਰੋ ਆਰਕਡ, ਤੇ ਇਹ ਗੱਲ ਸੁਣ ਕੇ ਜਿਹੜਾ ਉਹਦਾ ਫਰੈਂਡ ਸੀਗਾ ਐਡ, ਉਸਦੇ ਵੀ ਆਈਬ੍ਰੋਜ਼ ਉਸਦੇ ਪਰਵੱਟੇ ਖੜੇ ਹੋ ਗਏ ਕਿ ਇਹ ਕੀ ਕਹਿ ਰਿਹਾ ਹੈ। ਐਂਡ ਹਿਜ਼ ਮਾਊਥ ਫਲੂ ਓਪਨ, ਤੇ ਉਹਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ। ਦ ਨਿਊਜ਼ ਇੰਪ੍ਰੈਸਡ ਹਿਮ ਗ੍ਰੇਟਲੀ, ਕਿਉਂਕਿ ਇਸ ਨਿਊਜ਼ ਨੇ, ਇਸ ਖਬਰ ਨੇ ਉਸਨੂੰ ਬੜਾ ਇੰਪ੍ਰੈਸ ਕੀਤਾ। ਇਟ ਵਾਜ਼ ਸੋ ਮਚ ਔਨ ਹਿਜ਼ ਮਾਈਂਡ ਦੈਟ ਹੀ ਐਕਸੀਡੈਂਟਲੀ ਲੈਟ ਦ ਸੀਕਰਟ ਆਊਟ ਐਟ ਸਪਰ ਟਾਈਮ, ਤਾਂ ਇਸ ਨਿਊਜ਼ ਜਿਹੜੀ ਸੀਗੀ ਉਸਦੇ ਮਾਈਂਡ ਦੇ ਉੱਤੇ ਉਸਨੇ ਇਹੋ ਜਿਹਾ ਅਸਰ ਪਾਇਆ ਕਿ ਐਕਸੀਡੈਂਟਲੀ ਅਚਾਨਕ ਉਸਦੇ ਮੂੰਹ ਦੇ ਵਿੱਚੋਂ ਜਿਹੜਾ ਫਿਲਿਪ ਦਾ ਸੀਕਰਟ ਸੀਗਾ ਉਹ ਨਿਕਲ ਗਿਆ। ਐਟ ਸਪਰ ਟਾਈਮ, ਜਦੋਂ ਉਹ ਰਾਤ ਦਾ ਖਾਣਾ ਆਪਣੇ ਪੇਰੈਂਟਸ ਦੇ ਨਾਲ ਖਾ ਰਿਹਾ ਸੀ, ਤਾਂ ਅਚਾਨਕ ਇਹ ਗੱਲ ਜੋ ਉਹਦੇ ਮਾਈਂਡ ਦੇ ਵਿੱਚ ਚੱਲ ਰਹੀ ਸੀ ਉਹਦੇ ਮੂੰਹ ਦੇ ਵਿੱਚੋਂ ਨਿਕਲ ਗਈ, ਯਾਨੀ ਕਿ ਉਸ ਕੋਲੋਂ ਫਿਲਿਪ ਦਾ ਜਿਹੜਾ ਸੀਕਰਟ ਸੀਗਾ ਉਹ ਦੱਸਿਆ ਗਿਆ। ਨੈਕਸਟ ਕੀ ਹੁੰਦਾ ਬੇਟੇ, ਲੇਟਰ ਦੈਟ ਈਵਨਿੰਗ, ਤਾਂ ਫਿਰ ਉਸ ਸ਼ਾਮ ਆਫਟਰ ਐਡ ਵਾਜ਼ ਅਸਲੀਪ, ਜਦੋਂ ਐਡ ਸੋ ਗਿਆ, ਦੈਨ ਹਿਜ਼ ਮਦਰ ਪੇਡ ਅ ਵਿਜ਼ਿਟ ਟੂ ਮਿਸਿਸ ਸੋਸਾ, ਤਾਂ ਐਡ ਦੀ ਮਦਰ ਜਿਹੜੀ ਸੀਗੀ ਉਹ ਮਿਸਿਸ ਸੋਸਾ ਦੇ ਘਰ ਗਈ। ਦ ਨੈਕਸਟ ਮਾਰਨਿੰਗ ਫਿਲਿਪ ਲੇ ਇਨ ਹਿਜ਼ ਬੈਡ ਡ੍ਰੀਮਿੰਗ ਅ ਡਿਲਾਈਟਫੁਲ ਡ੍ਰੀਮ ਅਬਾਊਟ ਬੀਇੰਗ ਦ ਡਾਇਰੈਕਟਰ ਆਫ ਅ ਬਿਗ ਸਰਕਸ ਬੈਂਡ, ਤੇ ਅਗਲੀ ਸੁਬਾਹ ਜਦੋਂ ਫਿਲਿਪ ਆਪਣੇ ਬੈੱਡ ਦੇ ਉੱਤੇ ਸੋ ਰਿਹਾ ਸੀ ਤੇ ਉਹ ਵੱਡੇ ਵੱਡੇ ਸੁਪਨੇ ਵੇਖ ਰਿਹਾ ਸੀ ਤੇ ਬੜੀਆਂ ਡਿਲਾਈਟਫੁਲ, ਬੜੀਆਂ ਵਧੀਆ ਡ੍ਰੀਮਸ ਵੇਖ ਰਿਹਾ ਸੀਗਾ ਕਿ ਜਲਦੀ ਹੀ ਇੱਕ ਸਰਕਸ ਬੈਂਡ ਦਾ ਡਾਇਰੈਕਟਰ ਬਣ ਜਾਵੇਗਾ। ਦੈਨ ਸਡਨਲੀ ਹੀ ਹਰਡ ਹਿਜ਼ ਫਾਦਰਸ ਜੈਂਟਲ ਵੌਇਸ ਸੇਇੰਗ ਗੁੱਡ ਮਾਰਨਿੰਗ ਸਨ, ਤਾਂ ਅਚਾਨਕ ਕੀ ਹੁੰਦਾ ਹੈ ਕਿ ਬੇਟੇ ਉਸਨੂੰ ਆਪਣੇ ਪਿਤਾ ਦੀ ਬੜੀ ਹੀ ਜੈਂਟਲ ਆਵਾਜ਼ ਸੁਣੀ। ਉਹਨਾਂ ਨੇ ਕਿਹਾ ਕਿ ਗੁੱਡ ਮਾਰਨਿੰਗ ਬੇਟਾ। ਗੁੱਡ ਮਾਰਨਿੰਗ ਪਾਪਾ, ਫਿਲਿਪ ਨੇ ਰਿਪਲਾਈ ਕੀਤਾ ਕਿ ਗੁੱਡ ਮਾਰਨਿੰਗ ਪਾਪਾ। ਵੈਨ ਯੂ ਡਰੈਸ ਟੂਡੇ, ਮਿਸਟਰ ਸੋਸਾ ਸੈਡ ਪੁੱਟ ਔਨ ਯੂਰ ਸੰਡੇ ਕਲੋਥਸ, ਤਾਂ ਮਿਸਟਰ ਸੋਸਾ ਨੇ ਕਿਹਾ ਫਿਲਿਪ ਨੂੰ ਕਿ ਜਦ ਹੁਣ ਤੂੰ ਕੱਪੜੇ ਪਾਏਗਾ ਤਾਂ ਤੂੰ ਕਿਹੜੇ ਕੱਪੜੇ ਪਾਉਣੇ ਆ, ਸੰਡੇ ਕਲੋਥਸ, ਤੇ ਉਹ ਕੱਪੜੇ ਜਿਹੜੇ ਤੂੰ ਸੰਡੇ ਵਾਲੇ ਦਿਨ ਪਾਉਣਾ ਆ। ਫਿਲਿਪ ਵਾਜ਼ ਸਰਟਨ ਦੈਟ ਇਟ ਵਾਜ਼ ਨੋਟ ਸੰਡੇ, ਤਾਂ ਫਿਲਿਪ ਅਸ਼ੋਰ ਸੀਗਾ, ਫਿਲਿਪ ਨੂੰ ਪਤਾ ਸੀਗਾ ਕਿ ਅੱਜ ਸੰਡੇ ਨਹੀਂ ਹੈ। ਬਟ ਹੀ ਓਬੇਡ ਹਿਜ਼ ਫਾਦਰਸ ਰਿਕੁਐਸਟ, ਪਰ ਫਿਰ ਵੀ ਉਸਨੇ ਆਪਣੇ ਪਿਤਾ ਦੀ ਇਸ ਗੱਲ ਨੂੰ ਓਬੇ ਕੀਤਾ, ਮੰਨ ਲਿਆ।
ਐਜ਼ ਹੀ ਵੈਂਟ ਡਾਊਨ ਸਟੇਅਰਸ ਟੂ ਈਟ ਬ੍ਰੇਕਫਾਸਟ, ਜਦੋਂ ਉਹ ਪੌੜੀਆਂ ਤੋਂ ਹੇਠਾਂ ਉਤਰਿਆ ਬ੍ਰੇਕਫਾਸਟ ਕਰਨ ਦੇ ਲਈ, ਹੀ ਕੈਪਟ ਵੰਡਰਿੰਗ, ਉਹ ਹੈਰਾਨ ਹੋ ਰਿਹਾ ਸੀ, ਵਾਈ ਡਿਡ ਪਾਪਾ ਵਾਂਟ ਮੀ ਟੂ ਪੁਟ ਔਨ ਮਾਈ ਸੰਡੇ ਕਲੋਥਸ, ਉਹ ਹੈਰਾਨ ਸੀਗਾ ਕਿ ਪਿਤਾ ਜੀ ਨੇ ਮੈਨੂੰ ਸੰਡੇ ਕਲੋਥਸ ਮਤਲਬ ਐਤਵਾਰ ਵਾਲੇ ਕੱਪੜੇ ਪਹਿਨਣ ਦੇ ਲਈ ਕਿਉਂ ਕਿਹਾ ਹੈ। ਮਿਸਟਰ ਸੋਸਾ ਚੈਟਡ ਵਿਦ ਫਿਲਿਪ ਇਨ ਅ ਫਰੈਂਡਲੀ ਵੇ ਅੰਟਿਲ ਦ ਐਂਡ ਆਫ ਦ ਮੀਲ, ਤੇ ਖਾਣਾ ਖਾਂਦੇ ਸਮੇਂ ਖਾਣਾ ਖਤਮ ਹੋਣ ਤੱਕ ਮਿਸਟਰ ਸੋਸਾ ਫਿਲਿਪ ਦੇ ਨਾਲ ਬੜਾ ਫਰੈਂਡਲੀ ਵੇ ਨਾਲ ਗੱਲਬਾਤ ਕਰਦੇ ਰਹੇ। ਦੈਨ ਹੀ ਸੈਡ ਅਬਰਪਟਲੀ, ਤਾਂ ਫਿਰ ਅਚਾਨਕ ਉਹਨਾਂ ਨੇ ਕਿਹਾ ਵੀ ਵਿਲ ਟੇਕ ਅ ਵਾਕ, ਕਿ ਅਸੀਂ ਹੁਣ ਸੈਰ ਤੇ ਜਾਵਾਂਗੇ। ਦੇ ਹੈਡ ਵੋਕਡ ਓਨਲੀ ਅ ਫਿਊ ਬਲੌਕਸ ਵੈਨ ਫਿਲਿਪ ਰਿਅਲਾਈਜ਼ਡ ਦੈਟ ਦੇ ਵਰ ਹੈਡਡ ਟੂਵਰਡਸ ਦ ਯੂਨਾਈਟਿਡ ਸਟੇਟਸ ਮਰੀਨ ਬੈਰਕਸ, ਤਾਂ ਹਲੇ ਕੁਝ ਬਲੌਕਸ ਮਤਲਬ ਕੁਝ ਬਿਲਡਿੰਗਸ ਹੀ ਉਹਨਾਂ ਨੇ ਪਾਰ ਕੀਤੀਆਂ ਸਨ, ਤਾਂ ਫਿਲਿਪ ਨੇ ਇਹ ਗੱਲ ਮਹਿਸੂਸ ਕੀਤੀ ਦੈਟ ਦੇ ਵਰ ਹੈਡਡ ਟੂਵਰਡਸ, ਮਤਲਬ ਕਿੱਧਰ ਜਾ ਰਹੇ ਨੇ, ਯੂਨਾਈਟਿਡ ਸਟੇਟਸ ਮਰੀਨ ਬੈਰਕਸ। ਇਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਮਰੀਨ ਬੈਰਕ ਇੱਕ ਇੰਸਟੀਟਿਊਸ਼ਨ ਸੀਗਾ, ਮਿਊਜ਼ੀਕਲ ਇੰਸਟੀਟਿਊਸ਼ਨ ਉਹਦਾ ਨਾਮ ਆ। ਦ ਬॉय ਵੰਡਰਡ ਵਾਈ ਹਿਸ ਫਾਦਰ ਵਾਸ ਟੇਕਿੰਗ ਹਿਮ ਦੇਅਰ, ਉਹ ਹੈਰਾਨ ਹੋ ਗਿਆ ਕਿ ਉਹਦੇ ਪਿਤਾ ਜੀ ਉਹਨੂੰ ਇੱਥੇ ਕਿਉਂ ਲੈ ਕੇ ਆ ਰਹੇ ਹਨ। ਹੀ ਸੂਨ ਲਰਨਡ, ਉਸਨੂੰ ਜਲਦੀ ਹੀ ਪਤਾ ਲੱਗਿਆ, ਵਿਦਿਨ ਐਨ ਆਰ ਫਿਲਿਪ ਵਾਸ ਐਨਲਿਸਟਡ ਐਜ਼ ਐਨ ਅਪ੍ਰੈਂਟਿਸ ਟੂ ਸਟੱਡੀ ਮਿਊਜ਼ਿਕ ਇਨ ਦਾ ਮਰੀਨ ਬੈਂਡ, ਤਾਂ ਵਿਦਿਨ ਐਨ ਆਰ ਮਤਲਬ 1 ਘੰਟੇ ਦੇ ਅੰਦਰ ਅੰਦਰ ਫਿਲਿਪ ਜਿਹੜਾ ਸੀਗਾ ਉਹ ਐਨਲਿਸਟਡ ਹੋ ਗਿਆ, ਮਤਲਬ ਭਰਤੀ ਹੋ ਗਿਆ, ਕਿਵੇਂ, ਐਜ਼ ਐਨ ਅਪ੍ਰੈਂਟਿਸ। ਅਪ੍ਰੈਂਟਿਸ ਬੇਟੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਪ੍ਰੈਂਟਿਸ ਹੁੰਦਾ, ਅਪ੍ਰੈਂਟਿਸਸ਼ਿਪ ਹੁੰਦੀ ਹੈ ਜਦੋਂ ਅਸੀਂ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਕੰਮ ਕਰਦੇ ਹਾਂ ਘੱਟ ਤਨਖਾਹ ਦੇ ਉੱਤੇ, ਤਾਂ ਕਿ ਅਸੀਂ ਉਹ ਕੰਮ ਨੂੰ ਸਿੱਖ ਸਕੀਏ। ਸੋ ਐਜ਼ ਐਨ ਅਪ੍ਰੈਂਟਿਸ ਫਿਲਿਪ ਜਿਹੜਾ ਸੀਗਾ ਉਸਦੀ ਭਰਤੀ ਕਿੱਥੇ ਕਰਾ ਦਿੱਤੀ ਗਈ, ਮਰੀਨ ਬੈਂਡ ਦੇ ਵਿੱਚ, ਠੀਕ ਹੈ, ਯੂਨਾਈਟਿਡ ਸਟੇਟਸ ਮਰੀਨ ਬੈਰਕਸ ਦੇ ਮਰੀਨ ਬੈਂਡ ਦੇ ਵਿੱਚ ਉਸਦੀ ਭਰਤੀ ਐਜ਼ ਐਨ ਅਪ੍ਰੈਂਟਿਸ ਹੋ ਗਈ। ਮਿਸਟਰ ਸੋਸਾ ਹੈਡ ਕੌਨਫੀਡੈਂਸ ਇਨ ਹਿਜ਼ ਸਨਸ ਸਟਰੋਂਗ ਸੈਂਸ ਆਫ ਡਿਊਟੀ, ਪਰ ਮਿਸਟਰ ਸੋਸਾ ਜਿਹੜੇ ਨੇ ਉਹਨਾਂ ਨੂੰ ਆਪਣੇ ਇਸ ਪੁੱਤਰ ਦੇ ਉੱਤੇ ਪੂਰਾ ਵਿਸ਼ਵਾਸ ਹੈ, ਪੂਰਾ ਕੌਨਫੀਡੈਂਸ ਹੈ ਕਿ ਉਹਦੀ ਜਿਹੜੀ ਸੈਂਸ ਆਫ ਡਿਊਟੀ ਆ ਬੜੀ ਸਟਰੋਂਗ ਹੈ, ਯਾਨੀ ਕਿ ਉਹ ਆਪਣੀ ਜ਼ਿੰਮੇਵਾਰੀ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦਾ ਹੈ। ਹੀ ਨਿਊ ਦ ਬॉय ਵੁੱਡ ਨੋਟ ਡਿਜ਼ਰਟ ਦ ਮਰੀਨਸ, ਉਹਨੂੰ ਵਿਸ਼ਵਾਸ ਹੈ ਕਿ ਉਹ ਮਰੀਨ ਬੈਰਕਸ ਜਿਹੜਾ ਵਾ ਇਸ ਦੇ ਮਰੀਨ ਬੈਂਡ ਨੂੰ ਡਿਜ਼ਰਟ ਨਹੀਂ ਕਰੇਗਾ, ਨਹੀਂ ਛੱਡੇਗਾ, ਇੱਥੋਂ ਨਹੀਂ ਭੱਜੇਗਾ। ਟੂ ਰਨ ਅਵੇ ਵਿਦ ਅ ਸਰਕਸ, ਸਰਕਸ ਨੂੰ ਜੁਆਇਨ ਕਰਨ ਦੇ ਲਈ ਉਹ ਮਰੀਨ ਬੈਰਕਸ ਤੋਂ ਨਹੀਂ ਦੌੜੇਗਾ। ਈਅਰਸ ਪੈਡ ਬਾਏ, ਇਸ ਤਰ੍ਹਾਂ ਕਾਫੀ ਸਾਲ ਬੀਤ ਗਏ, ਐਂਡ ਇਵੈਂਚੁਅਲੀ ਫਾਈਨਲੀ ਕੀ ਹੋਇਆ, ਜੌਨ ਫਿਲਿਪ ਸੋਸਾ ਬਿਕੇਮ ਦਾ ਲੀਡਰ ਆਫ ਦਾ ਮਰੀਨ ਬੈਂਡ। ਹੁਣ ਜਿਹੜਾ ਫਿਲਿਪ ਸੋਸਾ ਵਾ ਬੇਟੇ ਉਹ ਮਰੀਨ ਬੈਂਡ ਦਾ ਲੀਡਰ ਬਣ ਗਿਆ। ਦਿਸ ਬੈਂਡ ਇਜ਼ ਦਾ ਓਫੀਸ਼ੀਅਲ ਬੈਂਡ ਆਫ ਦਾ ਪ੍ਰੈਜ਼ੀਡੈਂਟਸ ਆਫ ਦਾ ਯੂਨਾਈਟਿਡ ਸਟੇਟਸ। ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਬੇਟੇ, ਜਿਹੜਾ ਰਾਸ਼ਟਰਪਤੀ ਆ, ਉਸਦਾ ਇਹ ਓਫੀਸ਼ੀਅਲ ਬੈਂਡ ਸੀਗਾ ਮਰੀਨ ਬੈਂਡ ਨਾ। ਆਪਾਂ ਪਿੱਛੇ ਵੀ ਪੜਿਆ ਵਾ ਲੈਸਨ ਦੀ ਇੰਟਰੋਡਕਸ਼ਨ ਦੇ ਵਿੱਚ ਕਿ ਮਰੀਨ ਬੈਂਡ ਬਹੁਤ ਹੀ ਫੇਮਸ ਬੈਂਡ ਸੀਗਾ ਵਾਸ਼ਿੰਗਟਨ ਦਾ, ਯਾਨੀ ਕਿ US ਦਾ। ਸੋ ਇਹ ਜਿਹੜਾ ਮਰੀਨ ਬੈਂਡ ਆ ਇਹ ਪ੍ਰੈਜ਼ੀਡੈਂਟ ਦਾ ਓਫੀਸ਼ੀਅਲ ਬੈਂਡ ਹੈ, ਅਤੇ ਇਸ ਮਰੀਨ ਬੈਂਡ ਦਾ ਲੀਡਰ ਜਿਹੜਾ ਆ ਕੌਣ ਬਣ ਗਿਆ ਹੁਣ, ਫਿਲਿਪ ਸੋਸਾ। ਸੋਸਾ ਸਰਵਡ ਐਜ਼ ਬੈਂਡ ਮਾਸਟਰ ਫॉर 5 ਡਿਫਰੈਂਟ ਪ੍ਰੈਜ਼ੀਡੈਂਟਸ, ਤੇ 5 ਅਲੱਗ-ਅਲੱਗ ਰਾਸ਼ਟਰਪਤੀਆਂ ਦੇ ਹੁੰਦਿਆਂ ਮਿਸਟਰ ਸੋਸਾ ਇਸ ਮਰੀਨ ਬੈਂਡ ਦਾ ਮਾਸਟਰ ਬਣ ਕੇ ਉਸਨੇ ਇਸ ਨੂੰ ਸਰਵ ਕੀਤਾ। ਡਿਊਰਿੰਗ ਥੀਜ਼ ਈਅਰਸ, ਤੇ ਇਹਨਾਂ ਸਾਲਾਂ ਦੇ ਵਿੱਚ ਦਾ ਬਿਗ ਬੈਂਡ ਵੈਂਟ ਅਬਰੋਡ ਸੈਵਰਲ ਟਾਈਮਸ, ਤੇ ਕਾਫੀ ਵਾਰੀ ਇਹਨਾਂ ਦਾ ਮਰੀਨ ਬੈਂਡ ਅਬਰੋਡ ਗਿਆ, ਐਂਡ ਬਿਕੇਮ ਫੇਮਸ ਆਲ ਓਵਰ ਦਾ ਵਰਲਡ, ਤੇ ਪੂਰੇ ਸੰਸਾਰ ਦੇ ਵਿੱਚ ਇਹ ਮਰੀਨ ਬੈਂਡ ਫੇਮਸ ਹੋ ਗਿਆ। ਸੋਸਾ ਆਲਸੋ ਬਿਕੇਮ ਫੇਮਸ ਐਜ਼ ਅ ਕੰਪੋਜ਼ਰ, ਤਾਂ ਸੋਸਾ ਜਿਹੜਾ ਸੀਗਾ ਉਹ ਐਜ਼ ਅ ਕੰਪੋਜ਼ਰ ਵੀ ਬਹੁਤ ਪ੍ਰਸਿੱਧ ਹੋ ਗਿਆ। ਬੇਟੇ ਮਿਊਜ਼ਿਕ ਨੂੰ ਕੰਪੋਜ਼ ਕਰਦੇ ਆ ਜਿਵੇਂ, ਸੋ ਐਜ਼ ਅ ਕੰਪੋਜ਼ਰ ਮਿਸਟਰ ਸੋਸਾ ਬਹੁਤ ਫੇਮਸ ਹੋ ਗਿਆ। ਹੀ ਰੋਟ ਮੋਰ ਦੈਨ 100 ਮਾਰਚਿਸ, ਤਾਂ ਉਸਨੇ 100 ਤੋਂ ਵੀ ਜ਼ਿਆਦਾ ਜਿਹੜੀਆਂ ਮਾਰਚ ਸੀਗੀਆਂ ਉਹਨਾਂ ਨੂੰ ਲਿਖਿਆ। ਮਿਊਜ਼ਿਕ ਮਾਰਚ ਜਿਹੜੀ ਜਦੋਂ ਆਪਾਂ ਮਾਰਚ ਪਾਸ ਕਰਦੇ ਆ ਬੇਟੇ, ਉਸ ਸਮੇਂ ਜਿਹੜਾ ਮਿਊਜ਼ੀਕਲ ਪਰਫਾਰਮੈਂਸ ਹੁੰਦੀ ਆ ਉਸਨੂੰ ਲਿਖਿਆ ਵੀ, ਉਸਨੂੰ ਕੰਪੋਜ਼ ਵੀ ਕੀਤਾ। ਐਂਡ ਹੀ ਵਾਸ ਨੋਨ ਐਜ਼ ਦਾ ਮਾਰਚ ਕਿੰਗ, ਤਾਂ ਫਿਰ ਮਿਸਟਰ ਸੋਸਾ ਯਾਨੀ ਕਿ ਮਿਸਟਰ ਫਿਲਿਪ ਸੋਸਾ ਐਜ਼ ਅ ਮਾਰਚ ਕਿੰਗ ਫੇਮਸ ਹੋ ਗਿਆ। ਦੈਟਸ ਵਾਈ ਦ ਨੇਮ ਆਫ ਦ ਲੈਸਨ ਇਜ਼ ਦ ਮਾਰਚ ਕਿੰਗ। ਹੀ ਰੋਟ ਵਨ ਆਫ ਹਿਜ਼ ਫਾਈਨੈਸਟ ਮਾਰਚ ਫॉर ਅ ਸਪੈਸ਼ਲ ਓਕੇਜ਼ਨ, ਤਾਂ ਇੱਕ ਬਹੁਤ ਹੀ ਸਪੈਸ਼ਲ ਮੌਕੇ ਦੇ ਉੱਤੇ ਉਸਨੇ ਇੱਕ ਬੜੀ ਹੀ ਬਹੁਤ ਵਧੀਆ ਫਾਈਨੈਸਟ ਮਾਰਚ ਜਿਹੜੀ ਆ ਉਹ ਲਿਖੀ।
द वाशिंगटन पोस्ट, a newspaper that is published in the nation's capital। ਤੇ US ਦੀ ਕੈਪੀਟਲ ਯਾਨੀ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਵਿੱਚ ਇੱਕ ਬੇਟੇ ਨਿਊਜ਼ਪੇਪਰ ਜਿਹੜਾ ਸੀਗਾ ਉਹ ਪਬਲਿਸ਼ ਹੁੰਦਾ ਸੀਗਾ, ਉਸ ਦਾ ਕੀ ਨਾਮ ਸੀਗਾ? ਵਾਸ਼ਿੰਗਟਨ ਪੋਸਟ। ਕੀ ਆ? ਇਹ ਨਿਊਜ਼ਪੇਪਰ ਆ। ਹੈਲਡ ਐਨ ਐਸੇ ਕੰਟੈਸਟ, ਤੇ ਇਸ ਵਾਸ਼ਿੰਗਟਨ ਪੋਸਟ ਨੇ ਇੱਕ ਐਸੇ ਕੰਟੈਸਟ ਰੱਖਿਆ, ਇੱਕ ਐਸੇ ਰਾਈਟਿੰਗ ਦਾ ਕੰਪੀਟੀਸ਼ਨ ਜਿਹੜਾ ਸੀਗਾ ਉਹ ਰੱਖਿਆ। ਪ੍ਰਾਈਜ਼ਸ ਵਰ ਆਫਰਡ ਫॉर द ਬੈਸਟ ਐਸੇਜ਼ ਰਿਟਨ ਬਾਈ ਪੂਪਲਸ ਇਨ ਦ ਵਾਸ਼ਿੰਗਟਨ ਸਕੂਲਸ। ਵਾਸ਼ਿੰਗਟਨ ਦੇ ਸਕੂਲਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਐਸੇ ਰਾਈਟਿੰਗ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਸੀਗਾ ਤੇ ਜਿਨ੍ਹਾਂ ਨੇ ਬਹੁਤ ਵਧੀਆ ਐਸੇਸ ਲਿਖੇ ਸੀਗੇ ਉਹਨਾਂ ਨੂੰ ਪ੍ਰਾਈਜ਼ ਮਿਲਨੇ ਸੀਗੇ। ਸੋ ਇਸ ਸਪੈਸ਼ਲ ਓਕੇਜ਼ਨ ਦੇ ਉੱਤੇ ਮਿਸਟਰ ਫਿਲਿਪ ਸੋਸਾ ਨੇ ਇੱਕ ਬਹੁਤ ਹੀ ਫਾਈਨ ਮਾਰਚ ਜਿਹੜੀ ਸੀਗੀ ਉਹ ਲਿਖੀ। ਅ ਬਿਗ ਡੇ ਵਾਸ ਪਲਾਨ ਫॉर ਅਵਾਰਡਿੰਗ ਦ ਪ੍ਰਾਈਜ਼ਸ, ਤੇ ਬੱਚਿਆਂ ਨੂੰ ਪ੍ਰਾਈਜ਼ ਡਿਸਟ੍ਰੀਬਿਊਟ ਕਰਨ ਦੇ ਲਈ ਇੱਕ ਬਹੁਤ ਹੀ ਵੱਡਾ ਫੰਕਸ਼ਨ ਜਿਹੜਾ ਸੀਗਾ ਉਹਨੂੰ ਪਲਾਨ ਕੀਤਾ ਗਿਆ। One of the event was to be a program of music played by the Marine Band। ਤੇ ਇਸ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਦੇ ਵਿੱਚ ਇੱਕ ਇਵੈਂਟ ਜਿਹੜਾ ਸੀਗਾ ਉਹ ਇਹ ਵੀ ਰੱਖਿਆ ਗਿਆ ਕਿ ਇਹਦੇ ਵਿੱਚ ਮਰੀਨ ਬੈਂਡ ਜਿਹੜਾ ਕਿ ਵਰਲਡ ਫੇਮਸ ਮਰੀਨ ਬੈਂਡ ਆ ਉਹ ਆਪਣਾ ਮਿਊਜ਼ਿਕ ਜਿਹੜਾ ਉਹ ਪਲੇ ਕਰਨਗੇ। Sosa was asked to compose a march in honor of the happy occasion। ਤੇ ਮਿਸਟਰ ਸੋਸਾ ਨੂੰ ਇਸ ਓਕੇਜ਼ਨ ਦੇ ਉੱਤੇ ਇੱਕ ਮਾਰਚ ਕੰਪੋਜ਼ ਕਰਨ ਦੇ ਲਈ ਕਿਹਾ ਗਿਆ। ਦ ਆਈਡੀਆ ਅਪੀਲ ਟੂ ਹਿਮ ਗ੍ਰੇਟਲੀ, ਤੇ ਇਹ ਆਈਡੀਆ ਮਿਸਟਰ ਫਿਲਿਪ ਸੋਸਾ ਨੂੰ ਬਹੁਤ ਅਪੀਲ ਕੀਤਾ, ਬਹੁਤ ਹੀ ਵਧੀਆ ਲੱਗਿਆ। ਸੋ ਹੀ ਸੈਟ ਅਬਾਊਟ ਕੰਪੋਜ਼ਿੰਗ ਦਿਸ ਮਾਰਚ, ਤਾਂ ਉਸਨੇ ਇਸ ਮੌਕੇ ਦੇ ਉੱਤੇ ਜਿਹੜੀ ਮਾਰਚ ਸੀਗੀ ਉਸਨੂੰ ਕੰਪੋਜ਼ ਕਰਨਾ ਸ਼ੁਰੂ ਕਰ ਦਿੱਤਾ। ਦ ਗ੍ਰੇਟ ਡੇ ਫਾਈਨਲੀ ਕੇਮ, ਤਾਂ ਆਖਿਰਕਾਰ ਇਹ ਬਹੁਤ ਹੀ ਜਿਹੜਾ ਵੱਡਾ ਦਿਨ ਸੀਗਾ ਉਹ ਆ ਗਿਆ। ਦ ਬਲੂ ਸਕਾਈ ਵਾਸ ਡੋਟਡ ਵਿਦ ਫਲਫੀ ਕਲਾਊਡਸ, ਤਾਂ ਜਿਹੜਾ ਬਲੂ ਸਕਾਈ ਸੀਗਾ, ਜਿਹੜਾ ਆਸਮਾਨ ਸੀਗਾ ਬੇਟੇ, ਡੋਟਡ ਵਿਦ ਫਲਫੀ ਕਲਾਊਡਸ, ਤਾਂ ਬੜੇ ਫਲਫੀ ਕਲਾਊਡਸ, ਬੜੇ ਸੋਹਣੇ ਬੱਦਲ ਜਿਹੜੇ ਸੀਗੇ ਉਹ ਸਕਾਈ ਆਸਮਾਨ 'ਚ ਦਿਖ ਰਹੇ ਸੀਗੇ। ਐਂਡ ਅ ਬਰੀਜ਼ ਵਾਸ ਬਲੋਇੰਗ, ਤੇ ਬਹੁਤ ਹੀ ਸੋਹਣੀ ਠੰਡੀ ਹਵਾ ਚੱਲ ਰਹੀ ਸੀਗੀ। ਪੀਪਲ ਪੋਰਡ ਇਨਟੂ ਦ ਏਰੀਆ ਅਰਾਊਂਡ ਦ ਬਿਗ ਬੈਂਡ, ਤੇ ਬਹੁਤ ਸਾਰੇ ਲੋਕੀ ਉੱਥੇ ਇਕੱਠੇ ਹੋਏ ਇਸ ਵੱਡੇ ਬੈਂਡ ਦੀ ਪਰਫਾਰਮੈਂਸ ਦੇਖਣ ਦੇ ਲਈ। ਸੂਨ ਥਾਊਜ਼ੈਂਡਸ ਵਾਰ ਵੇਟਿੰਗ ਟੂ ਹੀਅਰ ਦ ਮਿਊਜ਼ਿਕ, ਤੇ ਜਲਦੀ ਹੀ ਹਜ਼ਾਰਾਂ ਲੋਕ ਵੇਟ ਕਰ ਰਹੇ ਸਨ ਕਿ ਕਦੋਂ ਇਹ ਵਰਲਡ ਫੇਮਸ ਮਰੀਨ ਬੈਂਡ ਜਿਹੜਾ ਵਾ ਇਹ ਆਪਣਾ ਮਿਊਜ਼ਿਕ ਪਰਫਾਰਮ ਜਿਹੜਾ ਵਾ ਕਰਨ ਤਾਂ ਕਿ ਉਹ ਇਸ ਨੂੰ ਸੁਣ ਸਕਣ। ਦ ਚਿਲਡਰਨ ਆਫ ਵਾਸ਼ਿੰਗਟਨ ਹੈਡ ਬੀਨ ਲੁਕਿੰਗ ਫਾਰਵਰਡ ਟੂ ਦਿਸ ਡੇ ਫॉर ਅ ਲੌਂਗ ਟਾਈਮ, ਤੇ ਵਾਸ਼ਿੰਗਟਨ ਦੇ ਜਿਹੜੇ ਬੱਚੇ ਸੀਗੇ ਉਹ ਇਸ ਸਮੇਂ ਦੀ ਬਹੁਤ ਸਮੇਂ ਤੋਂ ਵੇਟ ਕਰ ਰਹੇ ਸਨ ਕਿ ਕਿਸ ਦਿਨ ਇਹ ਜਿਹੜਾ ਅਸੀਂ ਮਰੀਨ ਬੈਂਡ ਆ ਜਿਹੜਾ ਇਹਦਾ ਮਿਊਜ਼ਿਕ ਜਿਹੜਾ ਉਹਨੂੰ ਸੁਣ ਸਕੀਏ। ਐਂਡ ਨੀਅਰਲੀ ਆਲ ਆਫ them were there, ਤੇ ਅੱਜ ਉਹ ਸਾਰੇ ਬੱਚੇ ਹੀ ਇਸ ਮੌਕੇ ਤੇ ਪ੍ਰੈਜ਼ੈਂਟ ਸਨ। ਦ ਟਰੀਜ਼ ਅਰਾਊਂਡ ਦ ਬੈਂਡ ਸਟੈਂਡ ਵਰ ਫਿਲਡ ਵਿਦ ਬॉयਜ਼, ਤੇ ਉਸ ਜਗ੍ਹਾ ਤੇ ਜਿੱਥੇ ਸਾਰੀ ਪਰਫਾਰਮੈਂਸ ਹੋਣੀ ਸੀ ਉੱਥੇ ਜਿੰਨੇ ਵੀ ਟਰੀ ਸੀਗੇ, ਦਰਖਤ ਸੀਗੇ, ਉਹ ਸਾਰੇ ਭਰੇ ਪਏ ਸੀਗੇ ਬੱਚਿਆਂ ਦੇ ਨਾਲ, ਬॉयਜ਼ ਦੇ ਨਾਲ। who had climbed up to get a good view of the famous March King। ਜਿਹੜੇ ਬੱਚੇ ਸੀਗੇ ਬੇਟੇ ਉਹ ਦਰਖਤਾਂ ਦੇ ਉੱਤੇ ਚੜੇ ਹੋਏ ਸੀਗੇ ਤਾਂ ਕਿ ਉਹਨਾਂ ਨੂੰ ਤਾਂ ਕਿ ਉਹ ਜਿਹੜਾ ਇਸ ਮਰੀਨ ਬੈਂਡ ਦੀ ਪਰਫਾਰਮੈਂਸ ਆ ਉਹਨੂੰ ਚੰਗੀ ਤਰ੍ਹਾਂ ਦੇਖ ਸਕਣ। ਤੇ ਜਿਹੜਾ ਮਿਸਟਰ ਫਿਲਿਪ ਸੋਸਾ ਆ ਜਿਹੜਾ ਐਜ਼ ਅ ਮਾਰਚ ਕਿੰਗ ਪ੍ਰਸਿੱਧ ਸੀਗਾ ਉਸ ਨੂੰ ਵੀ ਦੇਖ ਸਕਣ। ਆਫਟਰ ਦਾ ਵਾਸ਼ਿੰਗਟਨ ਪੋਸਟ ਮਾਰਚ ਵਾਸ ਪਲੇਡ, ਤੇ ਜਦੋਂ ਵਾਸ਼ਿੰਗਟਨ ਪੋਸਟ ਮਾਰਚ ਜਿਹੜੀ ਸੀਗੀ ਉਹ ਪਲੇ ਹੋ ਗਈ, ਐਵਰੀਬੋਡੀ ਅਪਲੋਡਡ ਵਾਈਲਡਲੀ, ਤੇ ਹਰ ਕਿਸੇ ਨੇ ਇਸ ਮਾਰਚ ਦੀ ਪ੍ਰੇਜ਼ ਕੀਤੀ। The boys in the trees listened and watched with sparkling eyes। ਜਿਹੜੇ boys ਸੀਗੇ, ਜਿਹੜੇ ਲੜਕੇ ਟਰੀਜ਼ ਦੇ ਉੱਤੇ ਕਲਿੰਬਡ ਸੀਗੇ, ਚੜੇ ਹੋਏ ਸੀਗੇ, ਉਹਨਾਂ ਨੇ ਇਸ ਮਿਊਜ਼ਿਕ ਨੂੰ ਲਿਸਨ ਕੀਤਾ, ਸੁਣਿਆ, ਵਾਚ ਤੇ ਦੇਖਿਆ। with sparkling eyes, with shining in their eyes, ਉਹਨਾਂ ਦੇ ਅੱਖਾਂ ਦੇ ਵਿੱਚ ਇੱਕ ਚਮਕ ਸੀਗੀ ਜਦੋਂ ਉਹ ਇਸ ਪਰਫਾਰਮੈਂਸ ਨੂੰ ਦੇਖ ਰਹੇ ਸੀਗੇ। as they applauded, ਤੇ ਜਿਵੇਂ ਉਹ ਇਸ ਮਰੀਨ ਬੈਂਡ ਦੀ ਪਰਫਾਰਮੈਂਸ ਦੀ ਪ੍ਰੇਜ਼ ਕਰ ਰਹੇ ਸੀਗੇ, perhaps some of them vowed to become musician, ਤਾਂ ਸ਼ਾਇਦ ਇਹਨਾਂ ਸਾਰੇ ਲੜਕਿਆਂ ਦੇ ਵਿੱਚੋਂ ਬਹੁਤ ਸਾਰਿਆਂ ਨੇ ਉਹ ਕੀਤਾ ਹੋਵੇ, ਪਲੈਜ ਕੀਤੀ ਹੋਵੇ, ਸੌਂ ਖਾਦੀ ਹੋਵੇ ਕਿ ਉਹ ਵੀ ਆਪਣੀ ਲਾਈਫ ਦੇ ਵਿੱਚ ਵੱਡੇ ਹੋ ਕੇ ਕੀ ਬਣਨਗੇ, ਮਿਊਜ਼ੀਸ਼ੀਅਨਸ ਬਣਨਗੇ। just as John Philip Sousa had done many years before, ਉਸੇ ਤਰ੍ਹਾਂ ਹੀ ਜਿਵੇਂ ਕਿ ਆਪਾਂ ਇਸ ਲੈਸਨ ਦੀ ਸ਼ੁਰੂਆਤ ਦੇ ਵਿੱਚ ਵੇਖਿਆ ਸੀਗਾ ਕਿ ਜੌਨ ਫਿਲਿਪ ਸੋਸਾ ਨੇ ਵੀ ਮਰੀਨ ਬੈਂਡ ਦੀ ਪਰਫਾਰਮੈਂਸ ਨੂੰ ਦੇਖ ਕੇ ਇਹ ਪਲੈਜ ਕੀਤੀ ਸੀ ਆਪਣੇ ਆਪ ਦੇ ਨਾਲ ਕਿ ਉਹ ਮਿਊਜ਼ੀਸ਼ੀਅਨ ਬਣੇਗਾ। ਸੋ ਅੱਜ ਇਸ ਲੈਸਨ ਦੀ ਜਿਹੜੀ ਸਟਾਰਟਿੰਗ ਤੇ ਬੇਟੀ ਜਿਹੜੀ ਐਂਡ ਆ
ਉਹ ਵੇਖੋ ਕਿੰਨਾ ਕੰਪੈਰੀਟਿਵ ਆ ਹਨਾ। ਲੈਸਨ ਦੀ ਸ਼ੁਰੂਆਤ ਦੇ ਵਿੱਚ ਜੌਨ ਫਿਲਿਪ ਸੋਸਾ ਇੱਕ ਛੋਟਾ ਬੱਚਾ ਸੀਗਾ ਤੇ ਉਹ ਇਸ ਮਰੀਨ ਬੈਂਡ ਦੀ ਪਰਫਾਰਮੈਂਸ ਨੂੰ ਦੇਖ ਕੇ ਉਸਨੇ ਪਲੈਜ ਕੀਤਾ ਸੀਗਾ ਕਿ ਉਹ ਇੱਕ ਮਿਊਜ਼ੀਸ਼ੀਅਨ ਬਣੇਗਾ। ਤੇ ਅੱਜ ਹੁਣ ਲੈਸਨ ਦੇ ਐਂਡ ਤੱਕ ਆਪਾਂ ਕੀ ਦੇਖਦੇ ਹਾਂ ਕਿ ਉਹ ਐਜ਼ ਅ ਮਾਰਚ ਕਿੰਗ ਬਹੁਤ ਫੇਮਸ ਹੋ ਚੁੱਕਿਆ ਹੈ ਤੇ ਅੱਜ ਉਹ ਐਜ਼ ਅ ਮਾਰਚ ਕਿੰਗ ਪਰਫਾਰਮ ਕਰ ਰਿਹਾ ਹੈ। ਤਾਂ ਜਿਹੜੇ ਬॉयਜ਼ ਜਿਹੜੇ ਉਹ ਇਸ ਪਰਫਾਰਮੈਂਸ ਨੂੰ ਦੇਖ ਰਹੇ ਨੇ ਉਹਨਾਂ ਵਿੱਚੋਂ ਅਸੀਂ ਕਹਿ ਰਹੇ ਹਾਂ ਕਿ ਬਹੁਤ ਸਾਰਿਆਂ ਨੇ ਅੱਜ ਪਲੈਜ ਕੀਤੀ ਹੋਵੇਗੀ, ਸੌਂਹ ਖਾਧੀ ਹੋਵੇਗੀ ਕਿ ਉਹ ਵੀ ਆਪਣੀ ਲਾਈਫ ਦੇ ਵਿੱਚ ਮਿਊਜ਼ੀਸ਼ੀਅਨ ਬਣਨਗੇ। So beta, that is the end of the lesson. Thanks for watching, and if you like this video, please like, share, comment and subscribe my YouTube channel. In the next video I'll discuss with you the question answers of this lesson. So thanks for watching.